ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰਾ ਪਤੀ ਪੁਲਿਸ ਵਿੱਚ ਸੀ ਤੇ ਉਹ ਹਰ ਰੋਜ਼ ਨਾਕੇ ਤੇ ਗਰੀਬਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਲੈਂਦਾ ਸੀ ਤੇ ਜਦੋਂ ਮੈਂ ਉਸ ਨੂੰ ਰੋਕਦੀ ਤਾਂ ਉਹ ਮੇਰੇ ਤੇ ਜ਼ੁਲਮ ਕਰਨ ਲੱਗ ਪੈਂਦਾ ਤੇ ਕਹਿੰਦਾ ਕਿ ਤੈਨੂੰ ਕੀ ਲੱਗੇ, ਤੂੰ ਆਰਾਮ ਨਾਲ ਖਾਇਆ ਕਰ। ਇੱਕ ਦਿਨ ਇੱਕ ਔਰਤ ਤੇ ਚੋਰੀ ਦਾ ਦੋਸ਼ ਲਗਾ ਕੇ ਉਸ ਦਾ ਸੋਨੇ ਦਾ ਸੈੱਟ ਲੈ ਆਇਆ। ਉਹ ਔਰਤ ਉਸ ਦੇ ਪਿੱਛੇ ਪਿੱਛੇ ਘਰ ਤੱਕ ਆ ਗਈ ਤੇ ਕਹਿਣ ਲੱਗੀ, ਭੈਣ ਜੀ, ਮੇਰੀ ਧੀ ਦਾ ਵਿਆਹ ਟੁੱਟ ਜਾਵੇਗਾ, ਕਿਰਪਾ ਕਰਕੇ ਮੈਨੂੰ ਆਪਣੇ ਪਤੀ ਤੋਂ ਸੈੱਟ ਦਵਾ ਦਿਓ। ਪਰ ਮੇਰਾ ਪਤੀ ਉਸ ਨੂੰ ਡਰਾ ਧਮਕਾ ਕੇ ਘਰ ਭੇਜ ਦਿੰਦਾ ਹੈ। ਕੁਝ ਸਾਲਾਂ ਬਾਅਦ ਮੇਰੀ ਧੀ ਦਾ ਵਿਆਹ ਸੀ ਤੇ ਮੇਰਾ ਪਤੀ ਉਸ ਨੂੰ ਉਹੀ ਸੈੱਟ ਪਹਿਨਣ ਲਈ ਦਿੰਦਾ ਹੈ। ਅਚਾਨਕ ਜਦੋਂ ਮੁੰਡੇ ਨੇ ਉਹ ਸੈੱਟ ਦੇਖਿਆ ਤਾਂ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਮੇਰਾ ਪਤੀ ਸਿਰ ਫੜ ਕੇ ਬੈਠ ਗਿਆ, ਕਿਉਂਕਿ ਉਹ ਮੁੰਡਾ ਕਾਫੀ ਸਮੇਂ ਬਾਅਦ ਮੈਂ ਇਹ ਖੁਸ਼ੀ ਦਾ ਦਿਨ ਵੇਖਿਆ ਸੀ। ਮੇਰਾ ਛੋਟਾ ਜਿਹਾ ਘਰ ਰੰਗ ਬਰੰਗੀਆਂ ਲਾਈਟਾਂ ਨਾਲ ਸਜਿਆ ਹੋਇਆ ਸੀ। ਮੇਰੀ ਧੀ ਦੁਲਹਨ ਬਣ ਕੇ ਬੈਠੀ ਸੀ। ਮੇਰਾ ਪਤੀ ਬਿਮਾਰ ਰਹਿਣ ਲੱਗ ਪਿਆ ਸੀ। ਹਜੇ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਘਰ ਆਇਆ ਸੀ ਤਾਂ ਜੋ ਆਪਣੀ ਧੀ ਦਾ ਵਿਆਹ ਦੇਖ ਸਕੇ। ਇੱਕ ਉਹ ਵੀ ਸਮਾਂ ਸੀ ਜਦੋਂ ਲੋਕ ਉਸ ਦੀ ਸ਼ਾਨਦਾਰ ਸਿਹਤ ਤੇ ਮਾਣ ਕਰਦੇ ਸਨ। ਉਹ ਥਾਣੇਦਾਰ ਸੀ। ਜਿਸ ਮੁਜਰਮ ਨੂੰ ਮਾਰਦਾ ਸੀ ਉਹ ਆਪਣਾ ਜੁਰਮ ਕਬੂਲ ਕਰ ਲੈਂਦਾ ਸੀ, ਭਾਵੇਂ ਉਹ ਜੁਰਮ ਉਸਨੇ ਨਾ ਕੀਤਾ ਹੋਵੇ। ਪਰ ਹੁਣ ਉਹ ਪੂਰੀ ਤਰ੍ਹਾਂ ਸੁੱਕ ਕੇ ਕੰਡੇ ਵਾਂਗ ਬਣ ਗਿਆ ਸੀ। ਜਦੋਂ ਵੀ ਤੁਰਦਾ ਸਾਹ ਚੜ੍ਹਨ ਲੱਗ ਪੈਂਦਾ ਸੀ। ਉਹ ਕਾਫੀ ਸਮੇਂ ਤੋਂ ਹਸਪਤਾਲ ਵਿੱਚ ਦਾਖਲ ਸੀ, ਪਰ ਸਿਰਫ ਧੀ ਦੇ ਵਿਆਹ ਦੇ ਮੌਕੇ ਮੇਰਾ ਬੇਟਾ ਉਸ ਨੂੰ ਲੈ ਆਇਆ। ਮੈਂ ਤੇ ਮੇਰੇ ਬੇਟੇ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਸੀ। ਮੁੰਡੇ ਦੇ ਮਾਤਾ-ਪਿਤਾ ਜਿੰਦਾ ਨਹੀਂ ਸਨ, ਬਸ ਇੱਕ ਵੱਡੀ ਭੈਣ ਸੀ ਜੋ ਬਹੁਤ ਚੰਗੇ ਸੁਭਾਅ ਦੀ ਸੀ। ਮੈਂ ਉਸ ਨੂੰ ਸਾਫ਼ ਕਹਿ ਦਿੱਤਾ ਸੀ ਕਿ ਮੈਂ ਆਪਣੀ ਧੀ ਨੂੰ ਕੋਈ ਗਹਿਣਾ ਨਹੀਂ ਪਹਿਨਾ ਸਕਦੀ, ਕਿਉਂਕਿ ਮੇਰੇ ਕੋਲ ਅਜਿਹਾ ਕੁਝ ਨਹੀਂ ਹੈ। ਉਸ ਦੀ ਚੰਗੀ ਆਦਤ ਕਰਕੇ ਉਸਨੇ ਕਿਹਾ ਕਿ ਸਾਨੂੰ ਤੁਹਾਡੀ ਧੀ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ। ਮੈਂ ਵੀ ਖੁਸ਼ ਹੋ ਗਈ ਕਿ ਚਲੋ ਧੀ ਨੂੰ ਚੰਗਾ ਸਹੁਰਾ ਘਰ ਮਿਲ ਗਿਆ ਹੈ। ਉਸ ਕੁੜੀ ਦਾ ਇੱਕ ਹੀ ਭਰਾ ਸੀ ਤੇ ਉਸਨੇ ਆਪਣੇ ਵਿਆਹ ਨੂੰ ਕਾਫੀ ਸਮਾਂ ਹੋ ਚੁੱਕਾ ਸੀ, ਇਸ ਲਈ ਉਹ ਆਪਣੇ ਭਰਾ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨਾ ਚਾਹੁੰਦੀ ਸੀ। ਅਜੇ ਬਰਾਤ ਨਹੀਂ ਆਈ ਸੀ। ਜਦੋਂ ਮੇਰੇ ਪਤੀ ਨੇ ਮੈਨੂੰ ਲਾਲ ਡੱਬਾ ਦਿੱਤਾ, ਉਸ ਦੇ ਹੱਥ ਪੂਰੀ ਤਰ੍ਹਾਂ ਕੰਬ ਰਹੇ ਸੀ। ਉਸਨੇ ਕਿਹਾ ਕਿ ਇਹ ਮੇਰੇ ਵੱਲੋਂ ਮੇਰੀ ਧੀ ਨੂੰ ਦੇ ਦੇਣਾ। ਮੈਂ ਪੁੱਛਿਆ, ਇਹ ਕੀ ਹੈ? ਉਸਨੇ ਕਿਹਾ ਕਿ ਇਹ ਸੋਨੇ ਦਾ ਸੈੱਟ ਹੈ ਤੇ ਰੱਬ ਦੇ ਵਾਸਤੇ ਇਸ ਨੂੰ ਲੈਣ ਤੋਂ ਮਨਾ ਨਾ ਕਰਨਾ। ਜਿੰਨਾ ਉਹ ਬਿਮਾਰ ਸੀ ਉਸ ਨੂੰ ਵੇਖਦੇ ਹੋਏ ਮੈਂ ਚੁੱਪਚਾਪ ਉਹ ਸੈੱਟ ਰੱਖ ਲਿਆ। ਕੁਝ ਹੀ ਦੇਰ ਬਾਅਦ ਬਰਾਤ ਵੀ ਆ ਗਈ। ਮੇਰੀ ਧੀ ਦੀ ਨਨਾਣ ਨੇ ਸਾਡੇ ਕੋਲੋਂ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ ਸੀ ਤੇ ਬਰਾਤ ਵੀ 20-25 ਬੰਦਿਆਂ ਦੀ ਲੈ ਕੇ ਆਈ ਸੀ ਤੇ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਖਾਣ ਪੀਣ ਦੀ ਚਿੰਤਾ ਨਾ ਕਰਨਾ, ਵਿਆਹ ਤੇ ਜੋ ਵੀ ਖਰਚ ਹੋਵੇਗਾ ਮੈਂ ਤੁਹਾਨੂੰ ਉਹ ਵੀ ਦੇ ਦੇਵਾਂਗੀ। ਮੈਂ ਕਿਹਾ, ਨਹੀਂ, ਸਾਰੇ ਪ੍ਰਬੰਧ ਕਰ ਲਏ ਗਏ ਹਨ। ਪਤਾ ਨਹੀਂ ਮੇਰੇ ਕਿਹੜੇ ਚੰਗੇ ਕਰਮ ਸੀ ਕਿ ਮੇਰੀ ਧੀ ਨੂੰ ਬਹੁਤ ਚੰਗੇ ਲੋਕ ਮਿਲੇ ਸੀ, ਨਹੀਂ ਤਾਂ ਅੱਜ ਕੱਲ ਅਜਿਹੇ ਲੋਕ ਕਿੱਥੇ ਮਿਲਦੇ ਹਨ। ਮੇਰੀ ਧੀ ਨੂੰ ਪਹਿਲਾਂ ਵੀ ਕਈ ਰਿਸ਼ਤੇ ਆਏ ਸੀ। ਉਹ ਬਹੁਤ ਸੋਹਣੀ ਸੀ, ਪਰ ਅਸੀਂ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕੇ, ਕਿਉਂਕਿ ਮੇਰੇ ਮੁੰਡੇ ਦੀ ਅੱਧੀ ਤਨਖਾਹ ਪਤੀ ਦੀ ਬਿਮਾਰੀ ਤੇ ਖਰਚ ਹੋ ਜਾਂਦੀ ਸੀ। ਫਿਰ ਵਾਧੀ ਮਹਿੰਗਾਈ ਨੇ ਕਮਰ ਤੋੜ ਰੱਖੀ ਸੀ। ਜਾਇਜ਼ ਢੰਗ ਨਾਲ ਪੈਸਾ ਕਮਾਉਣਾ ਬਹੁਤ ਔਖਾ ਹੋ ਗਿਆ ਸੀ ਤੇ ਉੱਤੋਂ ਰਿਸ਼ਤੇ ਵਾਲਿਆਂ ਦੇ ਨਖਰੇ ਵੇਖ ਕੇ ਮੈਂ ਤਾਂ ਚਿੰਤਾ ਵਿੱਚ ਸੀ ਕਿ ਮੇਰੀ ਧੀ ਦਾ ਘਰ ਵਸੇਗਾ ਜਾਂ ਨਹੀਂ। ਪਰ ਭਲਾ ਹੋ ਇਸ ਕੁੜੀ ਦਾ ਜਿਸਨੇ ਦਾਜ ਦੇ ਨਾਂ ਤੇ ਇੱਕ ਵੀ ਚੀਜ਼ ਨਹੀਂ ਮੰਗੀ। ਮੁੰਡਾ ਵੀ ਸੋਹਣਾ ਸੀ ਤੇ ਕਮਾਈ ਵੀ ਚੰਗੀ ਕਰਦਾ ਸੀ। ਮੈਂ ਤਾਂ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ ਕਿ ਰੱਬ ਨੇ ਮੇਰੀ ਸੁਣ ਲਈ ਹੈ। ਪਰ ਜਿਵੇਂ ਹੀ ਫੇਰੇ ਹੋਣ ਦਾ ਸਮਾਂ ਆਇਆ ਤਾਂ ਮੇਰਾ ਪਤੀ ਮੈਨੂੰ ਕਹਿੰਦਾ, ਪਹਿਲਾਂ ਆਪਣੀ ਧੀ ਨੂੰ ਸੋਨੇ ਦਾ ਸੈੱਟ ਪਾ ਦਿਓ। ਜਿਵੇਂ ਹੀ ਮੈਂ ਉਸ ਨੂੰ ਸੈੱਟ ਪਾਉਣ ਲਈ ਉਹ ਡੱਬਾ ਖੋਲ੍ਹਿਆ ਤਾਂ ਜਦੋਂ ਮੇਰੀ ਧੀ ਦੀ ਨਨਾਣ ਨੇ ਉਸ ਸੋਨੇ ਦੇ ਸੈੱਟ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਤੇ ਫਿਰ ਉਹ ਮੇਰੇ ਪਤੀ ਵੱਲ ਦੇਖਣ ਲੱਗੀ। ਮੈਂ ਆਪਣੀ ਧੀ ਨੂੰ ਉਹ ਸੈੱਟ ਪਾ ਦਿੱਤਾ। ਮੁੰਡੇ ਦੀ ਭੈਣ ਕਮਰੇ ਤੋਂ ਬਾਹਰ ਚਲੀ ਗਈ, ਪਰ ਵਿਆਹ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਨੇ ਆਪਣੇ ਭਰਾ ਦੇ ਕੰਨ ਵਿੱਚ ਕੁਝ ਕਿਹਾ ਤੇ ਉਹ ਖੜਾ ਹੋ ਗਿਆ ਤੇ ਕਹਿਣ ਲੱਗਾ, ਉਹ ਇਹ ਵਿਆਹ ਨਹੀਂ ਕਰੇਗਾ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਜਦੋਂ ਮੈਂ ਕਾਰਨ ਪੁੱਛਿਆ ਤਾਂ ਉਸਨੇ ਜੋ ਵੀ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਪਤੀ ਇੱਕ ਥਾਣੇਦਾਰ ਸੀ। ਜਦੋਂ ਉਸ ਦੀ ਡਿਊਟੀ ਨਾਕੇ ਤੇ ਹੁੰਦੀ ਸੀ ਤਾਂ ਉਹ ਆਉਣ ਜਾਣ ਵਾਲੇ ਲੋਕਾਂ ਦੇ ਸਮਾਨ ਦੀ ਤਲਾਸ਼ੀ ਲੈਂਦਾ ਸੀ ਤੇ ਜੋ ਵੀ ਕੀਮਤੀ ਸਮਾਨ ਹੁੰਦਾ ਉਸ ਨੂੰ ਆਪਣੇ ਕੋਲ ਰੱਖ ਲੈਂਦਾ ਸੀ।
ਜੇ ਕੋਈ ਉਸ ਨੂੰ ਆਪਣੀ ਚੀਜ਼ ਵਾਪਸ ਮੰਗਦਾ ਤਾਂ ਉਹ ਉਸ ਨੂੰ ਧਮਕੀਆਂ ਦਿੰਦਾ ਸੀ। ਸਮਾਂ ਲੰਘਦਾ ਰਿਹਾ ਤੇ ਰਾਤ ਦੇ 11:30 ਵਜੇ ਵਿਹੜੇ ਵਿੱਚੋਂ ਬਿੱਲੀਆਂ ਦੇ ਰੋਣ ਦੀ ਆਵਾਜ਼ ਸੁਣ ਕੇ ਮੈਂ ਘਬਰਾ ਕੇ ਉੱਠ ਕੇ ਬੈਠ ਗਈ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਬਹੁਤ ਦੇਰ ਹੋ ਗਈ ਸੀ ਪਰ ਮੇਰਾ ਪਤੀ ਅਜੇ ਘਰ ਵਾਪਸ ਨਹੀਂ ਆਇਆ ਸੀ। ਮੈਂ ਇੱਕ ਡੂੰਘਾ ਸਾਹ ਲੈ ਕੇ ਸੋਚਿਆ ਕਿ ਅੱਜ ਕਿਸ ਗਰੀਬ ਲਾਚਾਰ ਦੀ ਮਿਹਨਤ ਦੀ ਕਮਾਈ ਲੁੱਟੀ ਜਾਣੀ ਹੈ। ਮੈਂ ਆਪਣੇ ਰੱਬ ਅੱਗੇ ਝੋਲੀ ਕਰਕੇ ਪ੍ਰਾਰਥਨਾ ਕਰਨ ਲੱਗੀ ਕਿ ਹੇ ਪਰਮਾਤਮਾ, ਮੇਰੇ ਪਤੀ ਨੂੰ ਬੁੱਧੀ ਬਖਸ਼ੋ ਜੋ ਚੰਗਿਆਈ ਦੇ ਰਾਹ ਤੇ ਆ ਜਾਵੇ। ਜਿਨ੍ਹਾਂ ਲੋਕਾਂ ਨਾਲ ਉਹ ਅਜਿਹਾ ਕਰ ਰਿਹਾ ਹੈ ਉਹਨਾਂ ਦੇ ਹੌਕੇ ਕਿਤੇ ਸਾਨੂੰ ਤਬਾਹ ਹੀ ਨਾ ਕਰ ਦੇਣ। ਮੈਂ ਇਹੀ ਸੋਚ ਰਹੀ ਸੀ ਕਿ ਦਰਵਾਜ਼ੇ ਤੇ ਦਸਤਕ ਹੋਈ। ਯਕੀਨਨ ਇਹ ਮੇਰਾ ਪਤੀ ਹੀ ਹੋਵੇਗਾ। ਮੈਂ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰਾ ਪਤੀ ਖੜਾ ਸੀ। ਅੱਜ ਫਿਰ ਜਦੋਂ ਮੇਰਾ ਪਤੀ ਘਰ ਆਇਆ ਤਾਂ ਉਹ ਸ਼ਰਾਬੀ ਸੀ। ਉਹ ਲੜਖੜਾਉਂਦੇ ਕਦਮਾਂ ਨਾਲ ਘਰ ਵਿੱਚ ਦਾਖਲ ਹੋਇਆ। ਮੈਂ ਉਸ ਨੂੰ ਸਹਾਰਾ ਦਿੱਤਾ ਤੇ ਉਸ ਨੂੰ ਅੰਦਰ ਲੈ ਆਈ ਤੇ ਜਿਵੇਂ ਹੀ ਉਹ ਬੈੱਡ ਤੇ ਲੇਟਿਆ ਤਾਂ ਉਸਨੇ ਆਪਣੀ ਜੇਬ ਵਿੱਚੋਂ ਕਈ ਨੋਟ ਕੱਢ ਲਏ। ਉਹ ਮੈਨੂੰ ਕਹਿਣ ਲੱਗਾ, ਅੱਜ ਤਾਂ ਗਰੀਬ ਲੋਕ ਕੰਗਾਲ ਹੋ ਕੇ ਆਏ ਸੀ, ਉਹਨਾਂ ਕੋਲੋਂ ਸਿਰਫ ਇੰਨੇ ਪੈਸੇ ਹੀ ਮਿਲੇ ਹਨ। ਮੈਨੂੰ ਪੈਸੇ ਫੜਾਉਂਦੇ ਹੋਏ ਉਹ ਇਹ ਕਹਿ ਰਿਹਾ ਸੀ। ਮੈਂ ਪੈਸੇ ਹੱਥ ਵਿੱਚ ਫੜ ਕੇ ਬੇਵੱਸ ਹੋ ਕੇ ਵੇਖ ਰਹੀ ਸੀ ਕਿ ਕਿਹੜੇ ਮਜਬੂਰ ਤੇ ਲਾਚਾਰ ਵਿਅਕਤੀ ਦੇ ਮਿਹਨਤ ਦੀ ਕਮਾਈ ਲੁੱਟ ਕੇ ਲਿਆਇਆ ਹੈ। ਮੈਂ ਕਿਹਾ, ਤੁਸੀਂ ਪੁਲਿਸ ਦੀ ਵਰਦੀ ਪਾ ਕੇ ਆਪਣੀ ਵਰਦੀ ਨਾਲ ਬੇਈਮਾਨ ਕਿਵੇਂ ਕਰ ਸਕਦੇ ਹੋ? ਤੁਹਾਡਾ ਕੰਮ ਲੋਕਾਂ ਦੀ ਰੱਖਿਆ ਕਰਨਾ ਹੈ, ਲੁੱਟਣਾ ਨਹੀਂ। ਇਹ ਗੱਲ ਅਜੇ ਮੇਰੇ ਮੂੰਹ ਵਿੱਚ ਹੀ ਸੀ ਜਦੋਂ ਉਸਨੇ ਮੇਰੀ ਬਾਂਹ ਫੜ ਕੇ ਜ਼ੋਰ ਨਾਲ ਦਬਾ ਦਿੱਤੀ। ਉਸਨੇ ਕਿਹਾ, ਤੂੰ ਹੁੰਦੀ ਕੌਣ ਹੈ ਦੱਸਣ ਵਾਲੀ ਕਿ ਮੈਨੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ? ਇਹ ਤਾਂ ਹੁਣ ਰੋਜ਼ ਦਾ ਕੰਮ ਬਣ ਗਿਆ ਸੀ। ਜਦੋਂ ਵੀ ਨਾਕੇ ਤੋਂ ਡਿਊਟੀ ਕਰਕੇ ਆਉਂਦਾ ਤਾਂ ਸ਼ਰਾਬ ਪੀਤੀ ਹੁੰਦੀ ਸੀ। ਮੈਂ ਬੜੀ ਮੁਸ਼ਕਲ ਨਾਲ ਉਸ ਤੋਂ ਆਪਣੀ ਬਾਂਹ ਛੁਡਵਾਈ ਤੇ ਅਗਲੇ ਦਿਨ ਵੀ ਜਦੋਂ ਉਹ ਰਾਤ ਨੂੰ ਆਇਆ ਤਾਂ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਮੇਰੀ ਗੱਲ੍ਹ ਤੇ ਥੱਪੜ ਮਾਰ ਦਿੱਤਾ ਤੇ ਕਿਹਾ, ਲਾਪਰਵਾਹ ਔਰਤ, ਜੋ ਵੀ ਆਉਂਦਾ ਹੈ ਉਸ ਲਈ ਐਵੇਂ ਹੀ ਦਰਵਾਜ਼ਾ ਖੋਲ੍ਹ ਦਿੰਦੀ ਹੈ। ਉਸ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਕਰਦੀ। ਜੇ ਕੋਈ ਚੋਰ ਲਟੇਰਾ ਹੋਵੇ ਤਾਂ ਫਿਰ ਕੀ ਕਰੇਂਗੀ? ਮੈਂ ਆਪਣੇ ਪਤੀ ਦਾ ਥੱਪੜ ਖਾ ਕੇ ਡਿੱਗਣ ਹੀ ਵਾਲੀ ਸੀ। ਅੱਜ ਤਾਂ ਆਉਂਦਿਆਂ ਹੀ ਉਹ ਸ਼ੁਰੂ ਹੋ ਗਿਆ ਸੀ। ਦਿਲ ਵਿੱਚੋਂ ਆਵਾਜ਼ ਆਈ ਕਿ ਤੇਰੇ ਵਰਗੇ ਲਟੇਰੇ ਦੇ ਘਰ ਕਿਵੇਂ ਕੋਈ ਲਟੇਰਾ ਆ ਸਕਦਾ ਹੈ? ਪਰ ਵੈਸੇ ਮੈਂ ਝਿਜਕਦੇ ਹੋਏ ਕਹਿਣ ਲੱਗੀ ਕਿ ਮੈਨੂੰ ਪਤਾ ਸੀ ਕਿ ਤੁਸੀਂ ਹੀ ਇਸ ਸਮੇਂ ਆਉਂਦੇ ਹੋ, ਇਸ ਲਈ ਮੈਂ ਬਿਨਾਂ ਪੁੱਛੇ ਦਰਵਾਜ਼ਾ ਖੋਲ੍ਹ ਦਿੱਤਾ। ਅਗਲੇ ਹੀ ਪਲ ਉਹ ਬੜਬੜਾਉਂਦਾ ਹੋਇਆ ਤੇ ਮੈਨੂੰ ਧੱਕਾ ਦੇ ਕੇ ਅੰਦਰ ਵੜ ਗਿਆ। ਮੈਂ ਆਪਣੇ ਪਤੀ ਤੋਂ ਬਹੁਤ ਡਰਦੀ ਸੀ ਕਿਉਂਕਿ ਉਹ ਬਹੁਤ ਜ਼ਾਲਮ ਸੀ ਤੇ ਉਸ ਨੂੰ ਕੋਈ ਤਰਸ ਨਹੀਂ ਸੀ। ਮੈਂ ਜਲਦੀ ਨਾਲ ਆਪਣੇ ਪਤੀ ਲਈ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਖਾਣਾ ਲੈ ਕੇ ਆਈ ਤਾਂ ਉਹ ਆਪਣੇ ਸਾਹਮਣੇ ਬੈੱਡ ਤੇ 5-500 ਰੁਪਏ ਦੇ ਕਈ ਨੋਟ ਇਕੱਠੇ ਰੱਖੇ ਹੋਏ ਸਨ। ਉਹ ਸੋਨੇ ਦੀ ਪਤਲੀ ਚੈਨ ਵੀ ਲੈ ਕੇ ਆਇਆ ਸੀ। ਮੇਰੇ ਵੱਲ ਦੇਖ ਕੇ ਉਹ ਬੋਲਿਆ, ਸ਼ਾਲਿਨੀ, ਅੱਜ ਤਾਂ ਮੈਂ ਬਹੁਤ ਕਮਾਈ ਕੀਤੀ ਹੈ। ਮੇਰੀ ਇਹ ਚੈਨ ਤੂੰ ਆਪਣੇ ਕੋਲ ਰੱਖ ਲੈ। ਪਤੀ ਦੀ ਗੱਲ ਸੁਣ ਕੇ ਮੈਂ ਡੂੰਘਾ ਸਾਹ ਲੈ ਕੇ ਪੁੱਛਿਆ ਕਿ ਅੱਜ ਕਿਸ ਗਰੀਬ ਦਾ ਚੁੱਲ੍ਹਾ ਬੁਝਾ ਕੇ ਆਏ ਹੋ? ਉਹ ਮੈਨੂੰ ਹਰ ਰੋਜ਼ ਬੜੇ ਚਾਅ ਨਾਲ ਆਪਣੇ ਕਾਰਨਾਮਿਆਂ ਦੀਆਂ ਕਹਾਣੀਆਂ ਸੁਣਾਉਂਦਾ ਸੀ। ਕਹਿਣ ਲੱਗਾ, ਸ਼ਾਲਿਨੀ, ਬਾਕੀ ਸਾਰਿਆਂ ਤੋਂ ਪੈਸੇ ਲੈਂਦਿਆਂ ਤਾਂ ਮੈਂ ਕੁਝ ਨਹੀਂ ਸੋਚਿਆ, ਪਰ ਅੱਜ ਜਦੋਂ ਮੈਂ ਨਾਕੇ ਤੇ ਖੜਾ ਸੀ ਤਾਂ ਇੱਕ 14-15 ਸਾਲ ਦਾ ਲੜਕਾ ਉੱਥੋਂ ਲੰਘਿਆ। ਮੈਂ ਉਸ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ ਤਾਂ ਉਸ ਨੂੰ ਪਸੀਨਾ ਆ ਗਿਆ। ਚਿਹਰਾ ਉਸਨੇ ਆਪਣੀ ਬਾਂਹ ਨਾਲ ਸਾਫ਼ ਕੀਤਾ ਤੇ ਮੇਰੇ ਕੋਲ ਆ ਗਿਆ ਤੇ ਫਿਰ ਨਮਸਕਾਰ ਸਾਹਿਬ ਕਹਿ ਕੇ ਬੋਲਿਆ, ਜੀ ਕੀ ਕੰਮ ਹੈ? ਇਹ ਸੁਣ ਕੇ ਮੈਂ ਉਸ ਦੀਆਂ ਜੇਬਾਂ ਦੀ ਤਲਾਸ਼ੀ ਲਈ ਤਾਂ 50 ਤੇ 100 ਦੇ ਕੁਝ ਨੋਟ ਮਿਲੇ। ਮੈਂ ਉਸ ਕੋਲੋਂ ਉਹ ਪੈਸੇ ਖੋਹ ਲਏ ਤੇ ਕਿਹਾ, ਇਹ ਹੁਣ ਮੇਰੇ ਨੇ। ਉਹ ਤੁਰੰਤ ਹੱਥ ਜੋੜ ਕੇ ਮਾਸੂਮ ਜਿਹਾ ਚਿਹਰਾ ਬਣਾ ਕੇ ਕਹਿਣ ਲੱਗਾ, ਸਾਹਿਬ, ਅਜਿਹਾ ਨਾ ਕਰੋ। ਇਹ ਮੇਰੇ ਨਾਲ ਬਹੁਤ ਵੱਡੀ ਬੇਇਨਸਾਫੀ ਹੈ। ਇਹ ਮੈਂ ਅੱਜ ਸਾਰਾ ਦਿਨ ਮਿਹਨਤ ਕਰਕੇ ਕਮਾਈ ਕੀਤੀ ਹੈ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਉਹ ਰੋਣ ਲੱਗ ਪਿਆ। ਉਸ ਦੇ ਹੱਥਾਂ ਤੇ ਛਾਲੇ ਸੀ ਤੇ ਉਸਨੇ ਜੋ ਚੱਪਲਾਂ ਪਾਈਆਂ ਸੀ ਉਹ ਵੀ ਟੁੱਟੀਆਂ ਸਨ। ਉਸ ਦੀ ਹਾਲਤ ਭਿਖਾਰੀ ਨਾਲੋਂ ਵੀ ਭੈੜੀ ਸੀ। ਮੇਰਾ ਪਤੀ ਕਹਿਣ ਲੱਗਾ ਕਿ ਪਤਾ ਨਹੀਂ ਕਿਉਂ ਮੈਨੂੰ ਕੁਝ ਸਮੇਂ ਲਈ ਆਪਣੇ ਕੀਤੇ ਤੇ ਪਛਤਾਵਾ ਹੋਇਆ, ਪਰ ਫਿਰ ਮੈਂ ਆਪਣੇ ਦਿਮਾਗ ਤੇ ਹੱਥ ਮਾਰਿਆ ਕਿ ਜੇ ਅਸੀਂ ਇਹ ਸੋਚਣ ਲੱਗ ਪਏ ਤਾਂ ਸਾਡਾ ਘਰ ਕਿਵੇਂ ਚੱਲੇਗਾ।
ਮੈਂ ਬੜੀ ਉਦਾਸੀ ਨਾਲ ਉਸ ਦੀ ਗੱਲ ਸੁਣੀ। ਸ਼ਾਇਦ ਉਹ 14 ਸਾਲ ਦਾ ਬੱਚਾ ਮਜਬੂਰੀ ਵਸ ਪੈਸੇ ਕਮਾਉਣ ਲਈ ਮਿਹਨਤ ਕਰ ਰਿਹਾ ਸੀ। ਮੇਰਾ ਪਤੀ ਮੈਨੂੰ ਉਸ ਦੇ ਮਿਹਨਤ ਤੇ ਖੂਨ ਪਸੀਨੇ ਨਾਲ ਕਮਾਏ ਨੋਟ ਦਿਖਾ ਰਿਹਾ ਸੀ, ਜਿਸ ਤੇ ਮੈਂ ਉਸ ਬੱਚੇ ਦੇ ਹੰਝੂ ਤੇ ਅਣਥੱਕ ਮਿਹਨਤ ਦੇਖ ਸਕਦੀ ਸੀ। ਅਚਾਨਕ ਮੇਰਾ ਧਿਆਨ ਉਸ ਦੇ ਪਰਿਵਾਰਿਕ ਮੈਂਬਰਾਂ ਵੱਲ ਗਿਆ। ਸ਼ਾਇਦ ਅੱਜ ਸਾਰੇ ਹੀ ਉਸ ਦੇ ਘਰ ਭੁੱਖੇ ਸੌਂ ਗਏ ਹੋਣਗੇ, ਜਦੋਂ ਕਿ ਮੇਰਾ ਪਤੀ ਵਧੀਆ ਖਾਣਾ ਖਾ ਰਿਹਾ ਸੀ। ਮੈਨੂੰ ਵੀ ਬਹੁਤ ਭੁੱਖ ਲੱਗੀ ਹੋਈ ਸੀ, ਪਰ ਜਦੋਂ ਮੈਂ ਉਸ ਬੱਚੇ ਦੇ ਪੈਸਿਆਂ ਵੱਲ ਦੇਖਿਆ ਤਾਂ ਇੰਜ ਜਾਪਿਆ ਜਿਵੇਂ ਮੇਰੀ ਸਾਰੀ ਭੁੱਖ ਮਿਟ ਗਈ ਹੋਵੇ। ਮੈਨੂੰ ਪਰੇਸ਼ਾਨ ਦੇਖ ਕੇ ਮੇਰੇ ਪਤੀ ਨੇ ਮੈਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਖਾਣਾ ਕਿਉਂ ਨਹੀਂ ਖਾ ਰਹੇ ਹੋ, ਜਾਂ ਮੇਰੇ ਤੋਂ ਪਹਿਲਾਂ ਹੀ ਖਾ ਚੁੱਕੇ ਹੋ। ਮੈਂ ਕਿਹਾ, ਨਹੀਂ, ਮੈਂ ਇਸ ਪੈਸੇ ਨਾਲ ਬਣਿਆ ਖਾਣਾ ਕਿਵੇਂ ਖਾ ਸਕਦੀ ਹਾਂ, ਜਿਸ ਨਾਲ ਬਹੁਤ ਸਾਰੇ ਗਰੀਬਾਂ ਦੀ ਹਾਏ ਲੱਗੀ ਹੋਵੇ। ਤੁਸੀਂ ਇਹ ਕੰਮ ਕਿਉਂ ਨਹੀਂ ਛੱਡ ਦਿੰਦੇ? ਇੰਨੀ ਚੰਗੀ ਨੌਕਰੀ ਹੈ ਤੇ ਤੁਸੀਂ ਚੰਗੀ ਰਕਮ ਕਮਾਉਂਦੇ ਹੋ, ਇਸ ਦੇ ਬਾਵਜੂਦ ਤੁਸੀਂ ਅਜਿਹਾ ਲਾਲਚ ਕਿਉਂ ਕਰ ਰਹੇ ਹੋ? ਮੇਰੇ ਪਤੀ ਨੇ ਗੁੱਸੇ ਨਾਲ ਕਿਹਾ, ਜੇ ਤੁਸੀਂ ਭੁੱਖੇ ਰਹਿਣਾ ਚਾਹੁੰਦੇ ਹੋ ਤਾਂ ਰਹੋ, ਪਰ ਮੈਂ ਇੰਨੀ ਤਨਖਾਹ ਨਾਲ ਗੁਜ਼ਾਰਾ ਨਹੀਂ ਕਰ ਸਕਦਾ ਹਾਂ। ਭਾਈ, ਸਮਾਜ ਦੀ ਰੱਖਿਆ ਲਈ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ। ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਸਾਨੂੰ ਥੋੜਾ ਬਹੁਤਾ ਪੈਸਾ ਦੇ ਕੇ ਹੌਸਲਾ ਦੇਣ? ਮੈਂ ਆਪਣੇ ਪਤੀ ਵਾਂਗ ਪੜ੍ਹੀ ਲਿਖੀ ਨਹੀਂ ਸੀ, ਨਾ ਹੀ ਮੈਂ ਉਸ ਨਾਲ ਬਹਿਸ ਕਰ ਸਕਦੀ ਸੀ। ਮੈਂ ਕੇਵਲ ਪਰਮਾਤਮਾ ਅੱਗੇ ਅਰਦਾਸ ਕਰ ਸਕਦੀ ਸੀ। ਸਾਡੇ ਵਿਆਹ ਨੂੰ 3 ਸਾਲ ਹੋ ਗਏ ਸਨ। ਉਹ ਹਮੇਸ਼ਾ ਨਾਕੇ ਤੇ ਆਪਣੀ ਡਿਊਟੀ ਲਗਾਉਂਦਾ ਤੇ ਆਉਂਦੇ ਜਾਂਦੇ ਗਰੀਬ ਲੋਕਾਂ ਨੂੰ ਲੁੱਟਦਾ ਸੀ। ਫਿਰ ਉਸ ਪੈਸੇ ਨਾਲ ਘਰ ਦੀ ਹਰ ਲੋੜ ਪੂਰੀ ਕਰਦਾ। ਇੱਕ ਦਿਨ ਜਦੋਂ ਮੇਰਾ ਪਤੀ ਘਰ ਆਇਆ ਤਾਂ ਉਸ ਦੀ ਜੇਬ ਵਿੱਚ 1.5 ਲੱਖ ਰੁਪਏ ਦੀ ਗੱਠੀ ਸੀ, ਜਿਸ ਨੂੰ ਦੇਖ ਕੇ ਮੇਰਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ। ਮੈਂ ਉਸ ਸਮੇਂ ਭਗਵਾਨ ਦੀ ਆਰਤੀ ਕਰਕੇ ਉੱਠੀ ਸੀ। ਉਹ ਅਜਿਹੀ ਥਾਂ ਲੱਭਣ ਲੱਗੇ ਜਿੱਥੇ ਇਹ ਪੈਸਾ ਛੁਪਾਇਆ ਜਾ ਸਕੇ। ਮੇਰਾ ਸਬਰ ਹੁਣ ਮੁੱਕ ਗਿਆ ਸੀ। ਮੈਂ ਕਿਹਾ, ਇੰਨੇ ਪੈਸੇ ਕਿੱਥੋਂ ਲਿਆਏ ਹੋ, ਜਾਂ ਫਿਰ ਕਿਸੇ ਤੋਂ ਖੋਹ ਕੇ ਲਿਆਏ ਹੋ? ਪਤੀ ਨੇ ਇੱਕਦਮ ਅਜੀਬ ਲਹਿਜੇ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਪੈਸੇ ਉਸਨੇ ਰਿਕਸ਼ਾ ਵਾਲੇ ਤੋਂ ਲਏ ਹਨ। ਉਹ ਸਿਗਨਲ ਤੋੜ ਕੇ ਜਾ ਰਿਹਾ ਸੀ। ਮੇਰੇ ਕਹਿਣ ਤੇ ਵੀ ਉਹ ਨਹੀਂ ਰੁਕਿਆ ਤੇ ਉਸਨੇ ਅੱਗੇ ਜਾ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਅੱਗੇ ਜੋ ਮੇਰੇ ਪਤੀ ਨੇ ਬੋਲਿਆ, ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੇ ਕਿਹਾ ਕਿ ਇਹ ਪੈਸੇ ਮੈਂ ਉਸ ਰਿਕਸ਼ਾ ਚਾਲਕ ਤੋਂ ਲਏ ਹਨ। ਉਸਨੂੰ ਕਿਹਾ ਕਿ ਜਿੰਨਾ ਚਿਰ ਉਹ ਵਿਅਕਤੀ ਸਹੀ ਨਹੀਂ ਹੁੰਦਾ ਤੇ ਉਸਦੇ ਮੋਟਰਸਾਈਕਲ ਦੀ ਭਰਪਾਈ ਨਹੀਂ ਕਰੇਗਾ, ਉਹਨਾਂ ਚਿਰ ਤੇਰਾ ਰਿਕਸ਼ਾ ਥਾਣੇ ਵਿੱਚ ਖੜਾ ਰਹੇਗਾ ਤੇ ਇਹ ਪੈਸੇ ਮੇਰੇ ਕੋਲ ਹੀ ਰਹਿਣਗੇ। ਉਹ ਮੇਰੇ ਅੱਗੇ ਰੋਂਦਾ ਹੋਇਆ ਬੇਨਤੀ ਕਰ ਰਿਹਾ ਸੀ ਕਿ ਮੇਰੇ 5 ਸਾਲ ਦੇ ਬੇਟੇ ਦੇ ਦਿਲ ਵਿੱਚ ਸੁਰਾਖ ਹੈ। ਉਸ ਦਾ ਆਪਰੇਸ਼ਨ ਉਦੋਂ ਹੀ ਸ਼ੁਰੂ ਹੋਵੇਗਾ ਜਦੋਂ ਮੈਂ ਪੈਸੇ ਲੈ ਕੇ ਜਾਵਾਂਗਾ। ਬੜੀ ਮੁਸ਼ਕਲ ਨਾਲ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਦਾ ਇੰਤਜ਼ਾਮ ਕੀਤਾ ਹੈ, ਪਰ ਉਸ ਦੀਆਂ ਸਾਰੀਆਂ ਮਿੰਨਤਾਂ ਬੇਕਾਰ ਗਈਆਂ। ਮੈਂ ਇੱਕ ਕੰਨ ਤੋਂ ਸੁਣਿਆ ਤੇ ਦੂਜੇ ਕੰਨ ਤੋਂ ਬਾਹਰ ਕੱਢ ਦਿੱਤਾ। ਹੁਣ ਇਹ ਪੈਸੇ ਮੇਰੇ ਕੋਲ ਹੀ ਰਹਿਣਗੇ। ਪਤੀ ਦੀ ਗੱਲ ਸੁਣ ਕੇ ਮੇਰਾ ਸਾਰਾ ਸਰੀਰ ਕੰਬ ਗਿਆ। ਮੈਂ ਉੱਥੇ ਮੰਦਰ ਵਿੱਚ ਬੈਠ ਕੇ ਰੋਂਦੇ ਹੋਏ ਆਪਣੇ ਕੰਨਾਂ ਨੂੰ ਹੱਥ ਲਾ ਕੇ ਬੋਲੀ, ਕੁਝ ਤਾਂ ਰੱਬ ਤੋਂ ਡਰੋ। ਤੁਸੀਂ ਇੰਨੇ ਜ਼ਾਲਮ ਕਿਉਂ ਬਣ ਗਏ ਹੋ? ਕੀ ਤੁਹਾਨੂੰ ਰੱਬ ਤੋਂ ਡਰ ਨਹੀਂ ਲੱਗਦਾ? ਜੇਕਰ ਕਿਸੇ ਨੇ ਤੁਹਾਡੇ ਨਾਲ ਅਜਿਹਾ ਕੀਤਾ ਹੁੰਦਾ ਤਾਂ ਤੁਹਾਡੇ ਤੇ ਕੀ ਬੀਤਦੀ? ਰੱਬ ਨਾ ਕਰੇ ਜੇ ਉਸ ਮਾਸੂਮ ਬੱਚੇ ਦੀ ਜਾਨ ਚਲੀ ਗਈ ਤਾਂ ਤੁਸੀਂ ਉੱਪਰ ਵਾਲੇ ਨੂੰ ਕੀ ਮੂੰਹ ਦਿਖਾਓਗੇ? ਅਜੇ ਵੀ ਸਮਾਂ ਹੈ, ਪਿੱਛੇ ਮੁੜ ਆਵੋ। ਅਜਿਹਾ ਅਪਰਾਧ ਨਾ ਕਰੋ। ਮੇਰੀਆਂ ਗੱਲਾਂ ਨੇ ਮੇਰੇ ਪਤੀ ਨੂੰ ਹੋਰ ਗੁੱਸਾ ਦਿਵਾ ਦਿੱਤਾ ਸੀ। ਉਹ ਗੁੱਸੇ ਨਾਲ ਅੱਗੇ ਵਧਿਆ ਤੇ ਫਿਰ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸਨੇ ਮੈਨੂੰ ਮੇਰੇ ਵਾਲਾਂ ਤੋਂ ਫੜ ਲਿਆ ਤੇ ਇੱਕ ਤੋਂ ਬਾਅਦ ਇੱਕ ਮੇਰੇ ਮੂੰਹ ਤੇ ਕਈ ਥੱਪੜ ਮਾਰਨ ਲੱਗਾ ਤੇ ਮੈਨੂੰ ਮਾਰਦੇ ਹੋਏ ਕਹਿਣ ਲੱਗਾ, ਤੇਰੀ ਇੰਨੀ ਹਿੰਮਤ, ਤੂੰ ਮੇਰੇ ਸਾਹਮਣੇ ਆਪਣੀ ਜ਼ੁਬਾਨ ਚਲਾਏ? ਤੂੰ ਇੱਕ ਬਦਮਾਸ਼ ਔਰਤ ਹੈ ਤੇ ਇੱਕ ਔਰਤ ਹੋ ਕੇ ਆਪਣੇ ਹੀ ਆਦਮੀ ਨੂੰ ਸਲਾਹ ਦਿੰਦੀ ਹੈ। ਤੂੰ ਆਪਣੇ ਆਪ ਨੂੰ ਸਮਝਦੀ ਕੀ ਹੈ? ਪਹਿਲੀ ਗੱਲ, ਤੂੰ ਇੱਕ ਗਰੀਬ ਪਰਿਵਾਰ ਦੀ ਧੀ ਹੈ ਜੋ ਦਾਜ ਵਿੱਚ ਇੱਕ ਪੈਸਾ ਵੀ ਨਹੀਂ ਲਿਆਈ ਤੇ ਮੈਂ ਤੇਰੇ ਤੇ ਉਪਕਾਰ ਕਰਕੇ ਤੈਨੂੰ ਆਪਣੇ ਘਰ ਲਿਆਇਆ ਤੇ ਤੈਨੂੰ ਇਹ ਆਰਾਮ ਦਿੱਤਾ। ਉੱਤੋਂ ਤੂੰ ਮੈਨੂੰ ਹੀ ਅੱਖਾਂ ਦਿਖਾ ਰਹੀ ਹੈ। ਮੇਰਾ ਪਤੀ ਮੈਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ। ਮੇਰੇ ਸਾਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ, ਪਰ ਇਸ ਦੇ ਬਾਵਜੂਦ ਮੈਂ ਉਸਦੇ ਸਾਰੇ ਜ਼ੁਲਮਾਂ ਨੂੰ ਚੁੱਪਚਾਪ ਬਰਦਾਸ਼ਤ ਕਰ ਰਹੀ ਸੀ,
ਕਿਉਂਕਿ ਮੈਂ ਉਸ ਨਾਲ ਆਪਣਾ ਘਰ ਵਸਾਉਣਾ ਚਾਹੁੰਦੀ ਸੀ। ਮੈਨੂੰ ਹਰ ਵਾਰ ਬਹੁਤ ਡਰ ਲੱਗਦਾ ਹੈ। ਫੁੱਟ-ਫੁੱਟ ਕੇ ਰੋਣ ਲੱਗ ਪਈ ਕਿ ਮੇਰੀ ਕਿਸਮਤ ਇਸ ਵਿਅਕਤੀ ਨਾਲ ਕਿਉਂ ਲਿਖੀ ਗਈ, ਜਿਹੜਾ ਰਿਸ਼ਵਤ ਲੈਂਦਾ ਹੈ ਤੇ ਆਪਣੇ ਨਾਲੋਂ ਨੀਵੇਂ ਤੇ ਗਰੀਬ ਲੋਕਾਂ ਨੂੰ ਲੁੱਟਦਾ ਹੈ। ਮੈਨੂੰ ਆਪਣੇ ਬੱਚਿਆਂ ਦੀ ਚਿੰਤਾ ਸੀ। ਮੇਰਾ ਇੱਕ ਪੁੱਤਰ ਤੇ ਇੱਕ ਧੀ ਸੀ। ਮੈਂ ਅਕਸਰ ਉਹਨਾਂ ਨੂੰ ਦੇਖ ਕੇ ਡਰ ਜਾਂਦੀ ਕਿ ਜੇ ਰੱਬ ਨਾ ਕਰੇ ਮੇਰੇ ਬੱਚਿਆਂ ਨੂੰ ਮੇਰੇ ਪਤੀ ਦੁਆਰਾ ਕੀਤੇ ਹਰ ਪਾਪ ਦੀ ਸਜ਼ਾ ਮਿਲ ਜਾਵੇ ਤਾਂ ਕੀ ਹੋਵੇਗਾ। ਮੇਰੇ ਤਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ। ਪਰ ਮੇਰੇ ਪਤੀ ਨੂੰ ਇਸ ਸਭ ਦੀ ਚਿੰਤਾ ਕਿੱਥੇ ਸੀ। ਉਸ ਦਾ ਇੱਕੋ ਕੰਮ ਸੀ ਲੋਕਾਂ ਨੂੰ ਲੁੱਟਣਾ ਤੇ ਫਿਰ ਘਰ ਆ ਕੇ ਮੈਨੂੰ ਮਾਰਨਾ। ਹਰ ਦਿਨ ਉਸਦੀ ਬੇਰਹਿਮੀ ਵੱਧਦੀ ਜਾ ਰਹੀ ਸੀ। ਇੱਕ ਦਿਨ ਉਸਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸ਼ਾਇਦ ਉਸਨੇ ਇਹ ਵੀ ਨਹੀਂ ਸੋਚਿਆ ਕਿ ਅੱਜ ਜੋ ਕੁਝ ਉਸਨੇ ਕੀਤਾ ਹੈ, ਕੁਝ ਸਾਲਾਂ ਬਾਅਦ ਉਸਦੀ ਧੀ ਨਾਲ ਵੀ ਇਹੀ ਹੋਵੇਗਾ। ਇੱਕ ਦਿਨ ਮੇਰੇ ਪਤੀ ਨੇ ਰਿਸ਼ਵਤਖੋਰੀ ਤੋਂ ਕੋਈ ਪੈਸਾ ਨਹੀਂ ਕਮਾਇਆ ਤੇ ਨਾ ਹੀ ਕੋਈ ਅਜਿਹਾ ਵਿਅਕਤੀ ਉੱਥੋਂ ਲੰਘਿਆ ਜਿਸ ਤੇ ਕੋਈ ਦੋਸ਼ ਲਗਾ ਕੇ ਜਾਂ ਆਪਣਾ ਰੋਹਬ ਪਾ ਕੇ ਉਸ ਤੋਂ ਪੈਸੇ ਲੈ ਸਕਦਾ। ਉਸਦੀ ਡਿਊਟੀ ਖਤਮ ਹੋਣ ਵਿੱਚ ਸਿਰਫ 1 ਘੰਟਾ ਬਾਕੀ ਸੀ। ਜਦੋਂ ਇੱਕ ਔਰਤ ਆਪਣੇ 2 ਬੱਚਿਆਂ ਸਮੇਤ ਉੱਥੋਂ ਲੰਘੀ ਤਾਂ ਔਰਤ ਕੋਲ ਇੱਕ ਬੈਗ ਸੀ। ਉਸ ਨੂੰ ਵੇਖ ਕੇ ਲੱਗਦਾ ਸੀ ਕਿ ਉਹ ਕੁਝ ਖਰੀਦ ਕੇ ਲਿਆਈ ਹੈ। ਮੇਰੇ ਪਤੀ ਨੇ ਔਰਤ ਨੂੰ ਰੋਕਿਆ ਤੇ ਉਸ ਨੂੰ ਆਪਣਾ ਸਮਾਨ ਚੈੱਕ ਕਰਵਾਉਣ ਲਈ ਕਿਹਾ। ਉਹ ਇੱਕ ਗਰੀਬ ਔਰਤ ਸੀ। ਜਦੋਂ ਉਸਨੇ ਆਪਣੇ ਸਮਾਨ ਦੀ ਜਾਂਚ ਕਰਵਾਈ ਤਾਂ ਉਸ ਵਿੱਚੋਂ ਕੁਝ ਨਕਦੀ ਤੇ ਇੱਕ ਸੋਨੇ ਦਾ ਸੈੱਟ ਮਿਲਿਆ, ਜਿਸ ਨੂੰ ਦੇਖ ਕੇ ਮੇਰੇ ਪਤੀ ਦੇ ਇਰਾਦੇ ਬਦਲਣ ਲੱਗੇ ਤੇ ਉਸਨੇ ਤੁਰੰਤ ਉਸ ਔਰਤ ਤੋਂ ਉਹ ਸੈੱਟ ਖੋਹ ਲਿਆ ਤੇ ਕਿਹਾ, ਇਹ ਉਹੀ ਸੈੱਟ ਹੈ ਜਿਸ ਬਾਰੇ ਸਾਨੂੰ ਖਬਰ ਮਿਲੀ ਸੀ ਕਿ ਇਹ ਚੋਰੀ ਹੋ ਗਿਆ ਹੈ। ਉਸ ਔਰਤ ਦਾ ਚਿਹਰਾ ਹੈਰਾਨ ਸੀ। ਉਹ ਸਮਝ ਨਹੀਂ ਪਾ ਰਹੀ ਸੀ ਕਿ ਉਹ ਕੀ ਜਵਾਬ ਦੇਵੇ। ਉਸਨੇ ਕਿਹਾ, ਨਹੀਂ ਸਾਹਿਬ, ਅਜਿਹਾ ਕੁਝ ਨਹੀਂ ਹੈ। ਮੈਂ ਹੁਣੇ ਹੀ ਇਹ ਖਰੀਦਿਆ ਹੈ। ਪਰ ਮੇਰੇ ਪਤੀ ਨੇ ਤੁਰੰਤ ਉਸਦੇ ਚੋਰੀ ਦਾ ਦੋਸ਼ ਲਾ ਕੇ ਸੋਨੇ ਦਾ ਸੈੱਟ ਲੈ ਲਿਆ ਤੇ ਕਿਹਾ, ਜੇਕਰ ਕਿਸੇ ਨੇ ਬਹਿਸ ਕਰਨ ਜਾਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਤੇ ਤੇਰੇ ਬੱਚਿਆਂ ਨੂੰ ਜੇਲ੍ਹ ਵਿੱਚ ਕਰਾ ਦਿਆਂਗਾ। ਔਰਤ ਡਰ ਗਈ ਤੇ ਮੇਰੇ ਪਤੀ ਦੀਆਂ ਮਿੰਨਤਾਂ ਕਰਨ ਲੱਗੀ, ਪਰ ਮੇਰਾ ਪਤੀ ਨਾ ਮੰਨਿਆ ਤੇ ਉਹ ਸੈੱਟ ਲੈ ਕੇ ਘਰ ਆ ਗਿਆ। ਔਰਤ ਮੇਰੇ ਪਤੀ ਦੇ ਪਿੱਛੇ ਭੱਜੀ ਤੇ ਸਾਡੇ ਘਰ ਤੱਕ ਪਹੁੰਚ ਗਈ। ਪਤੀ ਘਰ ਆਉਂਦਿਆਂ ਹੀ ਆਪਣੇ ਕਮਰੇ ਵਿੱਚ ਸੈੱਟ ਨੂੰ ਲੁਕਾਉਣ ਲੱਗ ਪਿਆ। ਮੈਨੂੰ ਪਤਾ ਸੀ ਕਿ ਅੱਜ ਉਹ ਫਿਰ ਕੁਝ ਖੋਹ ਕੇ ਲਿਆਇਆ ਹੋਵੇਗਾ। ਮੈਂ ਦਰਵਾਜ਼ਾ ਬੰਦ ਕਰ ਦਿੱਤਾ। ਫਿਰ 10 ਮਿੰਟ ਬਾਅਦ ਸਾਡੇ ਘਰ ਦਾ ਦਰਵਾਜ਼ਾ ਖੜਕਣ ਲੱਗਾ। ਜਦੋਂ ਮੈਂ ਦਰਵਾਜ਼ਾ ਖੋਲ੍ਹਣ ਲਈ ਉੱਠਣ ਲੱਗੀ ਤਾਂ ਮੇਰੇ ਪਤੀ ਨੇ ਮੈਨੂੰ ਰੋਕ ਦਿੱਤਾ ਤੇ ਕਿਹਾ ਕਿ ਦਰਵਾਜ਼ਾ ਖੋਲ੍ਹਣ ਦੀ ਕੋਈ ਲੋੜ ਨਹੀਂ ਹੈ, ਗਲੀ ਦੇ ਬੱਚੇ ਹੋਣਗੇ। ਪਰ ਮੈਨੂੰ ਘਰ ਦੇ ਬਾਹਰੋਂ ਕਿਸੇ ਔਰਤ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਆਪਣੇ ਪਤੀ ਦੇ ਕਹਿਣ ਕਰਕੇ ਰੁਕੀ ਸੀ, ਪਰ ਜਦੋਂ ਔਰਤ ਨੇ ਮੇਰੇ ਪਤੀ ਨੂੰ ਰੋਕ ਕੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੀ ਤੇ ਦਰਵਾਜ਼ਾ ਖੋਲ੍ਹਣ ਲਈ ਚਲੀ ਗਈ। ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਔਰਤ ਘਰ ਵਿੱਚ ਦਾਖਲ ਹੋਈ ਤੇ ਰੋਣ ਲੱਗ ਪਈ ਤੇ ਕਿਹਾ ਕਿ ਜਨਾਬ, ਕਿਰਪਾ ਕਰਕੇ ਉਹ ਸੈੱਟ ਮੈਨੂੰ ਵਾਪਸ ਕਰ ਦਿਓ। ਮੈਂ ਬਹੁਤ ਮੁਸ਼ਕਿਲ ਨਾਲ ਇਹ ਸੈੱਟ ਖਰੀਦਿਆ ਹੈ। ਕੱਲ ਮੇਰੀ ਧੀ ਦਾ ਵਿਆਹ ਹੈ ਤੇ ਮੈਂ ਆਖਰੀ ਸਮੇਂ ਇਹ ਸੈੱਟ ਤਾਂ ਖਰੀਦਿਆ ਸੀ ਜੋ ਕੋਈ ਘਰੋਂ ਚੋਰੀ ਨਾ ਕਰ ਲਵੇ। ਤੁਸੀਂ ਮੇਰੇ ਤੇ ਰਹਿਮ ਕਰੋ। ਇਹ ਮੈਂ ਆਪਣੇ ਪਤੀ ਦੀ ਮਿਹਨਤ ਦੀ ਕਮਾਈ ਵਿੱਚੋਂ ਲਿਆ ਹੈ। ਜੇਕਰ ਮੈਂ ਕੱਲ ਨੂੰ ਇਹ ਸੋਨੇ ਦਾ ਸੈੱਟ ਆਪਣੀ ਧੀ ਨੂੰ ਦਾਜ ਵਿੱਚ ਨਾ ਦਿੱਤਾ ਤਾਂ ਉਸ ਦਾ ਘਰ ਬਰਬਾਦ ਹੋ ਜਾਵੇਗਾ ਤੇ ਉਸ ਦਾ ਰਿਸ਼ਤਾ ਟੁੱਟ ਜਾਵੇਗਾ, ਕਿਉਂਕਿ ਮੁੰਡੇ ਵਾਲਿਆਂ ਨਾਲ ਸੈੱਟ ਦਾਜ ਵਿੱਚ ਦੇਣ ਦੀ ਗੱਲ ਹੋਈ ਸੀ। ਪਰ ਮੇਰੇ ਪਤੀ ਨੂੰ ਤਰਸ ਨਾ ਆਇਆ। ਫਿਰ ਉਹ ਔਰਤ ਮੇਰੀਆਂ ਮਿੰਨਤਾਂ ਕਰਨ ਲੱਗੀ ਕਿ ਆਪਣੇ ਪਤੀ ਨੂੰ ਕਹੋ ਸੈੱਟ ਵਾਪਸ ਕਰ ਦੇਵੇ। ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਪਤੀ ਨੂੰ ਕੁਝ ਕਹਿੰਦੀ, ਉਸਨੇ ਔਰਤ ਨੂੰ ਧੱਕਾ ਦੇ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਜੇਕਰ ਤੁਸੀਂ ਦੁਬਾਰਾ ਇੱਥੇ ਆ ਕੇ ਇਹ ਹੰਗਾਮਾ ਕੀਤਾ ਤਾਂ ਮੈਂ ਤੈਨੂੰ ਤੇ ਤੇਰੇ ਬੱਚਿਆਂ ਨੂੰ ਹਵਾਲਾਤ ਵਿੱਚ ਕਰ ਦਿਆਂਗਾ। ਉਹ ਔਰਤ ਹੱਥ ਜੋੜ ਕੇ ਮਿੰਨਤਾਂ ਕਰਨ ਲੱਗੀ, ਜਨਾਬ, ਅਜਿਹਾ ਕੁਝ ਨਾ ਕਰਨਾ। ਤੇ ਫਿਰ ਉਹ ਅੱਖਾਂ ਵਿੱਚ ਹੰਝੂ ਲੈ ਕੇ ਚੁੱਪਚਾਪ ਉੱਥੋਂ ਚਲੀ ਗਈ। ਮੈਂ ਸ਼ਿਕਾਇਤ ਭਰੀਆਂ ਨਜ਼ਰਾਂ ਨਾਲ ਆਪਣੇ ਪਤੀ ਵੱਲ ਦੇਖਿਆ ਤੇ ਕਿਹਾ, ਤੁਸੀਂ ਕਿਉਂ ਮਾਸੂਮ ਲੋਕਾਂ ਨਾਲ ਇੰਜ ਕਰਦੇ ਹੋ? ਨਾ ਜਾਣੇ ਕਿਸ ਤਰ੍ਹਾਂ ਉਹਨਾਂ ਨੇ ਇਹ ਹਾਰ ਆਪਣੀ ਧੀ ਲਈ ਖਰੀਦਿਆ ਹੋਵੇਗਾ। ਮੇਰੇ ਇੰਜ ਕਹਿਣ ਤੇ ਮੇਰੇ ਪਤੀ ਨੇ ਮੈਨੂੰ ਜ਼ੋਰ ਨਾਲ ਧੱਕਾ ਦਿੱਤਾ ਤੇ ਮੈਂ ਜ਼ਮੀਨ ਤੇ ਡਿੱਗ ਪਈ ਤੇ ਰੋਣ ਲੱਗੀ
ਕਿਉਂਕਿ ਮੈਨੂੰ ਉਸ ਔਰਤ ਦਾ ਬੇਵਸ ਰੋਂਦਾ ਚਿਹਰਾ ਦਿਖਾਈ ਦੇ ਰਿਹਾ ਸੀ। ਮੇਰੇ ਮਨ ਵਿੱਚ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਕਿਤੇ ਮੇਰੇ ਪਤੀ ਦੇ ਮਾੜੇ ਕੰਮਾਂ ਦਾ ਨਤੀਜਾ ਮੇਰੇ ਬੱਚਿਆਂ ਨੂੰ ਨਾ ਭੁਗਤਣਾ ਪਵੇ। ਉਹ ਮੈਨੂੰ ਕਹਿਣ ਲੱਗਾ ਕਿ ਬਕਵਾਸ ਕਰਨਾ ਬੰਦ ਕਰ, ਵੱਡੀ ਆਈ ਲੋਕਾਂ ਦੀ ਹਮਦਰਦ। ਮੈਂ ਉਸਦੇ ਅੱਗੇ ਹੱਥ ਜੋੜੇ ਤੇ ਉਸ ਔਰਤ ਦੇ ਗਹਿਣੇ ਵਾਪਸ ਕਰਨ ਲਈ ਕਿਹਾ, ਪਰ ਉਸ ਤੇ ਮੇਰੀਆਂ ਮਿੰਨਤਾਂ ਦਾ ਕੋਈ ਅਸਰ ਨਾ ਹੋਇਆ ਤੇ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। ਸਮਾਂ ਲੰਘਣ ਲੱਗਾ। ਮੇਰੇ 2 ਬੱਚੇ ਸੀ, ਇੱਕ ਮੁੰਡਾ ਤੇ ਇੱਕ ਕੁੜੀ। ਬੇਟਾ ਧੀ ਤੋਂ 1 ਸਾਲ ਵੱਡਾ ਸੀ। ਜਿਵੇਂ ਹੀ ਮੇਰੇ ਮੁੰਡੇ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਮੇਰਾ ਪਤੀ ਕਹਿਣ ਲੱਗਾ ਕਿ ਪੁਲਿਸ ਲਾਈਨ ਵਿੱਚ ਭਰਤੀ ਹੋ ਜਾ, ਪਰ ਮੈਂ ਇਨਕਾਰ ਕਰ ਦਿੱਤਾ ਤੇ ਮੇਰੇ ਮੁੰਡੇ ਨੇ ਵੀ ਇਨਕਾਰ ਕਰ ਦਿੱਤਾ। ਉਸ ਨੂੰ ਇੱਕ ਕੰਪਨੀ ਵਿੱਚ ਨੌਕਰੀ ਮਿਲ ਗਈ। ਮੇਰਾ ਪਤੀ ਬਿਮਾਰ ਰਹਿਣ ਲੱਗਾ, ਇਸ ਲਈ ਉਸ ਦੀ ਪੁਲਿਸ ਦੀ ਨੌਕਰੀ ਵੀ ਚਲੀ ਗਈ। ਲੰਮੇ ਸਮੇਂ ਬਾਅਦ ਮੇਰੇ ਘਰ ਖੁਸ਼ੀਆਂ ਆਈਆਂ ਸੀ, ਜੋ ਮੇਰੇ ਪਤੀ ਦੀਆਂ ਹਰਕਤਾਂ ਕਾਰਨ ਬਰਬਾਦ ਹੋਣ ਵਾਲੀਆਂ ਸੀ। ਮੇਰਾ ਜਵਾਈ ਤੇ ਉਸ ਦੀ ਭੈਣ ਉਸੇ ਔਰਤ ਦੇ ਬੱਚੇ ਸਨ, ਜਿਸ ਦਾ ਸੋਨੇ ਦਾ ਸੈੱਟ ਮੇਰੇ ਪਤੀ ਨੇ ਖੋਹ ਲਿਆ ਸੀ ਤੇ ਉਹ ਰੋਂਦੀ ਰੋਂਦੀ ਮਿੰਨਤਾਂ ਕਰ ਰਹੀ ਸੀ। ਮੁੰਡੇ ਨੇ ਕਿਹਾ, ਮੇਰੀ ਮਾਂ ਇਸ ਵਿਅਕਤੀ ਕਾਰਨ ਮਰ ਗਈ ਸੀ। ਮੇਰੀ ਭੈਣ ਦਾ ਰਿਸ਼ਤਾ ਟੁੱਟ ਗਿਆ ਸੀ ਤੇ ਅਸੀਂ ਦੋਵੇਂ ਭੈਣ ਭਰਾ ਬੇਸਹਾਰਾ ਹੋ ਗਏ ਸੀ। ਮੇਰੀ ਭੈਣ ਨੇ ਨੌਕਰੀ ਕਰਕੇ ਮੈਨੂੰ ਪੜ੍ਹਾਇਆ। ਫਿਰ ਮੇਰੀ ਭੈਣ ਦਾ ਵਿਆਹ ਇੱਕ ਚੰਗੇ ਆਦਮੀ ਨਾਲ ਹੋਇਆ, ਜਿਸ ਨੇ ਮੇਰੀ ਭੈਣ ਦੇ ਨਾਲ-ਨਾਲ ਮੈਨੂੰ ਵੀ ਸਹਾਰਾ ਦਿੱਤਾ ਤੇ ਅੱਜ ਇਹ ਆਦਮੀ ਆਪਣੀ ਧੀ ਨੂੰ ਉਹੀ ਗਹਿਣੇ ਦੇਣਾ ਚਾਹੁੰਦਾ ਹੈ ਤਾਂ ਜੋ ਉਸ ਦੀ ਧੀ ਇੱਜ਼ਤ ਨਾਲ ਆਪਣੇ ਸਹੁਰੇ ਘਰ ਰਹਿ ਸਕੇ। ਇਸ ਵਿਅਕਤੀ ਕਾਰਨ ਮੇਰੀ ਭੈਣ ਦਾ ਘਰ ਵਸਣ ਤੋਂ ਪਹਿਲਾਂ ਹੀ ਬਰਬਾਦ ਹੋ ਗਿਆ। ਮੈਂ ਵੀ ਹੁਣ ਇਸ ਦੀ ਧੀ ਨੂੰ ਵਸਣ ਨਹੀਂ ਦਿਆਂਗਾ ਤੇ ਬਰਾਤ ਵਾਪਸ ਲੈ ਜਾਵਾਂਗਾ। ਇਹ ਸੁਣ ਕੇ ਮੈਂ ਰੋਣ ਲੱਗ ਪਈ। ਮੈਂ ਮੁੰਡੇ ਨੂੰ ਕਿਹਾ ਕਿ ਇਸ ਵਿੱਚ ਨਾ ਤਾਂ ਮੇਰਾ ਕਸੂਰ ਹੈ ਤੇ ਨਾ ਹੀ ਮੇਰੀ ਧੀ ਦਾ ਕਸੂਰ ਹੈ। ਤੁਸੀਂ ਇਹ ਸੈੱਟ ਰੱਖ ਲਵੋ। ਮੈਂ ਉਸ ਸਮੇਂ ਵੀ ਆਪਣੇ ਪਤੀ ਨੂੰ ਇਹ ਕਹਿੰਦੀ ਰਹੀ ਸੀ ਕਿ ਇਹ ਜਿਸ ਦਾ ਹੈ ਉਸ ਨੂੰ ਵਾਪਸ ਕਰ ਦਿਓ। ਮੈਂ ਕਦੇ ਵੀ ਆਪਣੇ ਪਤੀ ਦੀਆਂ ਗਲਤੀਆਂ ਅੱਗੇ ਸਿਰ ਨਹੀਂ ਝੁਕਾਇਆ। ਮੈਂ ਹਮੇਸ਼ਾ ਉਸ ਨੂੰ ਅਤਿਆਚਾਰ ਤੋਂ ਰੋਕਦੀ ਸੀ। ਰੱਬ ਦੇ ਵਾਸਤੇ ਮੇਰੀ ਧੀ ਨਾਲ ਇਹ ਬੇਇਨਸਾਫੀ ਨਾ ਕਰੋ। ਮੇਰਾ ਪਤੀ ਪਿਛਲੇ 4 ਸਾਲਾਂ ਤੋਂ ਬਿਮਾਰ ਹੈ। ਇਸ ਨੂੰ ਇਸ ਦੇ ਕੀਤੇ ਦੀ ਸਜ਼ਾ ਮਿਲ ਰਹੀ ਹੈ, ਪਰ ਮੇਰੀ ਧੀ ਬੇਕਸੂਰ ਹੈ। ਮੈਂ ਆਪਣੇ ਜਵਾਈ ਦੇ ਪੈਰਾਂ ਕੋਲ ਬੈਠ ਕੇ ਰੋਣ ਲੱਗ ਪਈ। ਮੇਰੀ ਧੀ ਦੀ ਨਨਾਣ ਮੇਰੇ ਕੋਲ ਆਈ ਤੇ ਮੈਨੂੰ ਚੁੱਕ ਕੇ ਜੱਫੀ ਪਾ ਲਈ। ਉਸਨੇ ਕਿਹਾ, ਚਿੰਤਾ ਨਾ ਕਰੋ, ਮੇਰਾ ਭਰਾ ਤੁਹਾਡੀ ਧੀ ਨਾਲ ਵਿਆਹ ਕਰੇਗਾ, ਪਰ ਸਾਨੂੰ ਇਹ ਸੋਨੇ ਦਾ ਸੈੱਟ ਨਹੀਂ ਚਾਹੀਦਾ ਕਿਉਂਕਿ ਇਹ ਸਾਨੂੰ ਸਾਡੇ ਮਾੜੇ ਸਮੇਂ ਦੀ ਯਾਦ ਦਿਵਾਵੇਗਾ। ਉਸਨੇ ਆਪਣੇ ਭਰਾ ਨੂੰ ਸਮਝਾਇਆ ਕਿ ਜਿਸ ਦਾ ਕਸੂਰ ਸੀ ਉਸ ਦੀ ਹਾਲਤ ਤੁਹਾਡੇ ਸਾਹਮਣੇ ਹੈ। ਉਹ ਅੱਜ ਆਪ ਅਪਾਹਜ ਹੋ ਗਿਆ ਹੈ, ਇਸ ਲਈ ਹੁਣ ਉਸ ਦੀ ਧੀ ਤੇ ਤਸ਼ੱਦਦ ਨਾ ਕਰੋ। ਮੇਰੀ ਧੀ ਦਾ ਵਿਆਹ ਹੋ ਗਿਆ ਸੀ ਤੇ ਉਹ ਵਿਦਾ ਹੋ ਕੇ ਆਪਣੇ ਘਰ ਚਲੀ ਗਈ। ਮੇਰਾ ਪਤੀ ਬਹੁਤ ਰੋ ਰਿਹਾ ਸੀ, ਆਪਣੇ ਗੁਨਾਹਾਂ ਦੀ ਮਾਫੀ ਮੰਗ ਰਿਹਾ ਸੀ। ਮੈਂ ਉਹ ਗਹਿਣਾ ਉਸਦੇ ਕੋਲ ਸੁੱਟ ਦਿੱਤਾ ਕਿ ਉਹ ਇਸ ਨੂੰ ਆਪਣੇ ਕੋਲ ਰੱਖ ਲਵੇ, ਜਿਸ ਨੇ 2 ਘਰ ਤਬਾਹ ਕਰ ਦਿੱਤੇ ਸੀ। ਨਜਾਇਜ਼ ਪੈਸਾ ਕਮਾਉਣਾ ਆਸਾਨ ਹੈ, ਪਰ ਇਸ ਦੇ ਨਤੀਜੇ ਭੁਗਤਣੇ ਔਖੇ ਹਨ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।